Good morning, students. I am Shilpa Bansal from Government High School, Guru Nanakpura, Bathinda. In today's session, we will do the poem A Ballad of Sir Pratap Singh. This is a ballad given in your books, 10th class books. So, take out your books and open your pages where this poem is given. A Ballad of Sir Pratap Singh was written by Sir Henry Newbolt. The Ballad of Sir Pratap Singh by Sir Henry Newbolt is basically a poem that reflects the power of friendship against barriers like country, caste, etc. The poem starts with the introduction of Pratap Singh, the Maharaja of Jodhpur, on October 18, 2018. And do you know where is Jodhpur? Jodhpur is in Rajasthan. In this story, we are told that how the tyranny of caste system affected us. Here I am going to read the first paragraph. The present poem exposes and attacks the tyranny of caste system in India and asserts that a man's caste is determined not by his birth but by his actions. ਇਸ ਕਵਿਤਾ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਕਿਵੇਂ ਜਾਤ ਪ੍ਰਥਾ ਸਾਡੇ 'ਤੇ ਇਫੈਕਟ ਪਾਉਂਦੀ ਸੀ। ਇਸ ਪੋਇਮ ਦੇ ਵਿੱਚ ਕੀ ਚੀਜ਼ ਹੁੰਦੀ ਹੈ ਕਿ ਸਰ ਪ੍ਰਤਾਪ ਸਿੰਘ ਨੂੰ ਕੀ ਚੀਜ਼ ਦਾ ਫੇਸ ਕਰਨਾ ਪੈਂਦਾ ਹੈ, ਕਿਵੇਂ ਉਹ ਦੇਖਦੇ ਹੈ ਕਿ ਉਹਨਾਂ ਦਾ ਫਰੈਂਡ ਜੋ ਇੰਗਲਿਸ਼ਮੈਨ ਹੁੰਦਾ ਹੈ ਉਸਨੂੰ ਕਾਸਟ ਸਿਸਟਮ ਦੇ ਤਹਿਤ ਕੀ ਮੁਸ਼ਕਿਲਾਂ ਜਾਂ ਕੀ ਸਿਚੁਏਸ਼ਨ ਆ ਜਾਂਦੀ ਹੈ ਜੋ ਉਹਨਾਂ ਨੂੰ ਬਹੁਤ ਹੀ ਬੁਰੀ ਲੱਗਦੀ ਹੈ। Men of noble heart, irrespective of their birth, belong to one caste. ਇਹਨਾਂ ਦੇ ਵਿੱਚ ਕਹਿਣਾ ਚਾਹੁੰਦੇ ਇਹਨਾਂ ਲਾਈਨਸ ਦੇ ਵਿੱਚ ਕਿ ਕਿਸੇ ਵੀ ਜਾਤੀ ਦਾ ਕੋਈ ਪਰਸਨ ਹੋਵੇ, ਇਸ ਚੀਜ਼ ਨੂੰ ਨਹੀਂ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਉਹ ਕਿਸ ਕਾਸਟ ਨੂੰ ਬਿਲੋਂਗ ਕਰਦਾ ਹੈ। ਦੇਖਣਾ ਕੀ ਚਾਹੀਦਾ ਹੈ, ਕਿਸੇ ਦੇ ਕਾਈਂਡ ਹਾਰਟ ਨੂੰ, ਦਇਆਵਾਨ ਦਿਲ ਨੂੰ ਦੇਖਣਾ ਚਾਹੀਦਾ ਹੈ। ਕਹਿੰਦੇ ਸਹੀ ਸੋਲਜਰ ਉਹ ਸੋਲਜਰ ਹੈ ਜਿਹੜਾ ਕਿ ਸਾਰੇ ਸੰਸਾਰ ਦਾ ਹੋਵੇ। ਹਰ ਇੱਕ ਪਰਸਨ ਨੂੰ ਇੱਕ ਬੌਂਡ ਸ਼ੇਅਰ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਭਾਈਚਾਰੇ ਦੀ ਭਾਵਨਾ ਹੋਵੇ। ਇੱਕ ਸਿਪਾਹੀ ਹੁੰਦਾ ਜਿਹੜਾ ਉਹ ਕਦੇ ਨਹੀਂ ਦੇਖਦਾ ਬਚਾਉਣ ਵੇਲੇ ਕਿ ਜੋ ਮੁਸੀਬਤ ਵਿੱਚ ਹੈ ਉਸਦੀ ਜਾਤ ਕੀ ਹੈ। ਇਸ ਕਰਕੇ ਇੱਕ ਸੋਲਜਰ ਹੈ ਜਿਹੜਾ ਉਹ ਸਹੀ ਦੇਸ਼ ਭਗਤ ਹੈ। So in the poem I am going to read first stanza. In the first year of him that first was emperor and king, a rider came to the rose red house, the house of Pratap Singh. ਜਦੋਂ ਸਰ ਪ੍ਰਤਾਪ ਸਿੰਘ ਐਂਪਰਰ ਐਂਡ ਕਿੰਗ ਹੈ ਉਹਨਾਂ ਦੇ ਕੋਲ ਇੱਕ ਘੋੜਸਵਾਰ ਆਉਂਦਾ ਹੈ। ਉਹਨਾਂ ਦੇ ਘਰ ਨੂੰ ਕੀ ਕਿਹਾ ਗਿਆ ਹੈ, ਰੋਜ਼ ਰੈੱਡ ਹਾਊਸ। ਇਹ 1 ਨੰਬਰ ਦੇ ਵਿੱਚ ਆਉਂਦਾ। ਤੁਹਾਨੂੰ ਕੁਐਸਚਨ ਕਨਫਿਊਜ਼ ਕਰਨ ਲਈ ਰੈੱਡ ਰੋਜ਼ ਵੀ ਲਿਖਦੇ ਹੈ, ਆਨਸਰ ਹੋਊਗਾ ਰੋਜ਼ ਰੈੱਡ ਹਾਊਸ ਜੋ ਕਿ ਸਰ ਪ੍ਰਤਾਪ ਸਿੰਘ ਦਾ ਪੈਲੇਸ ਹੈ। ਯੰਗ ਹੀ ਵਾਜ਼ ਐਂਡ ਐਨ ਇੰਗਲਿਸ਼ ਮੈਨ ਐਂਡ ਅ ਸੋਲਜਰ ਹਿਲਟ ਐਂਡ ਹੀਲ। ਜੋ ਪਰਸਨ ਉਹਨਾਂ ਕੋਲ ਆਉਂਦਾ ਹੈ ਉਹ ਇੱਕ ਸੋਲਜਰ ਹੈ, ਉਹ ਇੱਕ ਇੰਗਲਿਸ਼ ਮੈਨ ਹੈ। ਉਹਦੇ ਹਿਲਟ ਅਤੇ ਹੀਲ ਨੂੰ ਤਵੱਜੋ ਦਿੱਤੀ ਗਈ ਹੈ ਕਿ ਬਹੁਤ ਹੀ ਚਮਕਦਾਰ ਹਨ। And he struck fire in Pratap's heart as the steel strikes on steel. ਮਤਲਬ ਉਸ ਨੂੰ ਦੇਖਦੇ ਹੀ ਪ੍ਰਤਾਪ ਦੇ ਦਿਲ ਦੇ ਵਿੱਚ ਬੜੀ ਵਧੀਆ ਇੱਕ ਅੱਗ ਜਿਹੀ ਪੈਦਾ ਹੁੰਦੀ ਹੈ। ਮਤਲਬ ਦੇਖ ਕੇ ਉਹ ਗਲੋ ਆ ਜਾਂਦਾ ਉਹਦੇ ਵਿੱਚ। Beneath the morning stars they rode, and beneath the evening sun, and their blood sang to them as they rode that all good wars are won.
ਇਹ ਕਹਿਣਾ ਚਾਹੁੰਦੇ ਹੈ ਕਿ ਇੰਨੇ ਵਧੀਆ ਫਰੈਂਡਸ ਬਣ ਜਾਂਦੇ ਹੈ ਕਿ ਸਵੇਰੇ ਸ਼ਾਮ ਇਹ ਇੱਕ ਦੂਜੇ ਦੇ ਨਾਲ ਕੰਪਨੀ ਇੰਜੋਏ ਕਰਦੇ ਹੈ, ਰਾਈਡਿੰਗ ਕਰਦੇ ਹੈ, ਆਪਣੇ ਬੁਰੇ ਚੰਗੇ ਟਾਈਮਸ ਦੀ ਗੱਲਬਾਤ ਕਰਦੇ ਹੈ, ਇੱਕ ਦੂਜੇ ਨੂੰ ਦੱਸਦੇ ਹੈ। ਦੇ ਟੋਲਡ ਦੇਅਰ ਟੇਲਸ ਆਫ ਦ ਲਵ ਆਫ ਵਿਮਨ, ਦੇਅਰ ਟੇਲਸ ਆਫ ਈਸਟ ਐਂਡ ਵੈਸਟ। ਮਤਲਬ ਆਪਦੀਆਂ ਸਾਰੀਆਂ ਗੱਲਬਾਤ, ਇੱਧਰ ਉੱਧਰ ਦੀਆਂ ਗੱਲਾਂ, ਈਸਟ ਵੈਸਟ ਮਤਲਬ ਜਿੱਥੇ ਉਹਨਾਂ ਨਾਲ ਜੋ ਐਡਵੈਂਚਰਸ ਹੋਏ, ਜੋ ਹੋਈਆਂ ਚੀਜ਼ਾਂ, ਸਭ ਕੁਛ ਇੱਕ ਦੂਜੇ ਨੂੰ ਐਕਸਪਲੇਨ ਕਰਦੇ ਹੈ। ਦੇਅਰ ਬਲੱਡ ਸੈਂਗ ਦੈਟ ਆਫ ਆਲ ਦੇਅਰ ਲਵਸ, ਦੇ ਲਵਡ ਆ ਸੋਲਜਰ ਬੈਸਟ। ਉਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੈ, ਉਹਨਾਂ ਦੇ ਵਿੱਚ ਬ੍ਰਦਰਹੁੱਡ ਦੀ ਭਾਵਨਾ ਹੈ। ਇੱਕ ਸੋਲਜਰ ਹੋਣ ਕਰਕੇ ਪ੍ਰਤਾਪ ਸਿੰਘ ਫੀਲਸ ਵੈਰੀ ਪ੍ਰਾਊਡ ਆਫ ਹਿਜ਼ ਫਰੈਂਡ। So ran their joy the allotted days till at the last day's end the shadow stilled the rose-red house and the heart of Pratap's friend. When morning came in narrow chest the soldier's face they hid, and over his fast dreaming eyes shut down the narrow lid. ਇਸ ਤਰ੍ਹਾਂ ਹੀ ਬਹੁਤ ਦਿਨ ਬੀਤਦੇ ਹੈ, ਵਧੀਆ ਉਹ ਦਿਨ ਕੱਟਦੇ ਹੈ। ਛਾਂ ਜੀ ਪੈਦਾ ਹੋ ਜਾਂਦੀ ਹੈ ਪ੍ਰਤਾਪ ਦੇ ਦਿਲ ਦੇ ਵਿੱਚ ਵੀ ਅਤੇ ਉਹਦੇ ਘਰ ਦੇ ਵਿੱਚ ਵੀ, ਜਦੋਂ ਉਸਦਾ ਫਰੈਂਡ ਨਹੀਂ ਰਹਿੰਦਾ, ਜਦੋਂ ਉਸਦਾ ਫਰੈਂਡ ਅੱਖਾਂ ਮੀਟ ਜਾਂਦਾ। ਸਰ ਪ੍ਰਤਾਪ ਸਿੰਘ ਨੂੰ ਉਦੋਂ ਇਹ ਲੈਸਨ ਕਾਸਟ ਸਿਸਟਮ ਦਾ ਨਜ਼ਰ ਆਉਂਦਾ ਲੋਕਾਂ ਦੇ ਵਿੱਚ। ਪ੍ਰੀਸਟ ਤੱਕ ਵੀ ਉਸ ਨੂੰ ਮਨਾ ਕਰਦੇ ਹੈ ਕਿ ਉਸਦੀ ਬਾਇਰ ਨੂੰ ਨਹੀਂ ਚੁੱਕ ਸਕਦਾ, ਕਿਉਂਕਿ ਉਹ ਹਾਈ ਕਾਸਟ ਦਾ ਹੈ ਅਤੇ ਉਹਦਾ ਫਰੈਂਡ ਲੋ ਕਾਸਟ ਦਾ ਸੀ। ਬਾਇਰ ਹੁੰਦਾ ਲਾਸ਼। 3 ਪਰਸਨ ਸੀ ਸੇਮ ਕਾਸਟ ਦੇ ਜੋ ਉਹਦੀ ਬਾਇਰ ਚੁੱਕਣ ਲਈ ਸਨ, ਪਰ 4th ਪਰਸਨ ਨਹੀਂ ਮਿਲ ਰਿਹਾ ਸੀ। 3 were there of his race and creed, 3 only and no more. They could not find to bear the dead a 4th in all ਜੋਧਪੁਰ। ਜੋਧਪੁਰ ਦੇ ਵਿੱਚ ਚੌਥਾ ਬੰਦਾ ਨਹੀਂ ਮਿਲਿਆ ਕਿ ਜੋ ਸੇਮ ਕਾਸਟ ਦਾ ਹੋਵੇ ਅਤੇ ਜੋ ਉਹਦੀ ਲਾਸ਼ ਨੂੰ ਚੁੱਕ ਸਕੇ। O Maharaj, of your good race, send us a sweeper here. A sweeper has no caste to lose, even by an alien buyer. ਮਤਲਬ ਮਹਾਰਾਜ ਤੁਸੀਂ ਉੱਚੀ ਕਾਸਟ ਦੇ ਹੋ, ਤੁਸੀਂ ਇੱਕ ਸਵੀਪਰ ਨੂੰ ਭੇਜੋ। ਸਵੀਪਰ ਦੀ ਕੋਈ ਕਾਸਟ ਨਹੀਂ ਹੁੰਦੀ, ਮਤਲਬ ਉਹ ਨੀਵੀਂ ਜਾਤ ਦਾ ਹੀ ਹੁੰਦਾ ਹੈ, ਉਸਨੂੰ ਲੂਜ਼ ਕਰਨ ਲਈ ਕੁਛ ਨਹੀਂ ਹੈ ਉਹਦੇ ਕੋਲੇ। ਬਟ ਜੇ ਤੁਸੀਂ ਨੀਵੀਂ ਕਾਸਟ ਦੇ ਪਰਸਨ ਨੂੰ ਚੁੱਕੋਗੇ, ਉਸਦੀ ਲਾਸ਼ ਨੂੰ ਚੁੱਕੋਗੇ, ਤਾਂ ਤੁਹਾਡੀ ਕਾਸਟ ਲੋ ਹੋ ਜਾਏਗੀ। What need, said Pratap Singh and bowed his princely head. I have no caste, for I myself am bearing forth the dead. O Maharaj, O passionate heart, be wise, bethink you yet. That which you lose today is lost till the last sun shall set. ਪ੍ਰਤਾਪ ਸਿੰਘ ਨੂੰ ਇਹ ਸੁਣ ਕੇ ਬੜੀ ਹੈਰਾਨੀ ਹੁੰਦੀ ਹੈ। ਉਹ ਸੋਚਦਾ ਹੈ ਕਿ ਕਹਿੰਦਾ ਮੇਰੀ ਕੋਈ ਕਾਸਟ ਲੂਜ਼ ਨਹੀਂ ਹੋਊਗੀ ਜੇ ਮੈਂ ਉਸ ਦੀ ਲਾਸ਼ ਨੂੰ ਚੁੱਕੂੰਗਾ। ਪ੍ਰੀਸਟ ਉਹਨੂੰ ਕਹਿੰਦੇ ਹੈ ਕਿ ਬਹੁਤ ਧਿਆਨ ਨਾਲ ਸੋਚ, ਸਿਆਣਾ ਬਣ, ਦੁਬਾਰਾ ਸੋਚ ਲੈ ਕਿ ਤੇਰੀ ਕਾਸਟ ਲੂਜ਼ ਹੋ ਜੂਗੀ ਜੇ ਤੂੰ ਇਸ ਦੀ ਬਾਇਰ ਨੂੰ ਚੁੱਕੇਂਗਾ। God only knows, said Pratap Singh, that which I lose today, and without me no hand of man shall bear my friend away. ਪ੍ਰਤਾਪ ਸਿੰਘ ਬੜਾ ਦੁਖੀ ਹੁੰਦਾ। ਉਹ ਕਹਿੰਦਾ ਹੈ ਕਿ ਸਿਰਫ ਪਰਮਾਤਮਾ ਅਤੇ ਮੈਂ ਹੀ ਜਾਣਦਾ ਹੈ ਕਿ ਮੈਂ ਕੀ ਖੋਇਆ ਹੈ। ਮੈਨੂੰ ਕਾਸਟ ਛੁੱਟਣ ਦਾ ਕੋਈ ਡਰ ਨਹੀਂ, ਕੋਈ ਅਫਸੋਸ ਨਹੀਂ, ਪਰ ਮੈਂ ਜੋ ਖੋਇਆ ਹੈ, ਜੋ ਸੋਲਜਰ ਖੋਇਆ ਹੈ, ਜੋ ਫਰੈਂਡ ਖੋਇਆ ਹੈ, ਉਸ ਤੋਂ ਉੱਪਰ ਕੁਛ ਨਹੀਂ ਹੋ ਸਕਦਾ। Stately and slow and shoulder high in the sight of all Jodhpur, the dead went down the rose-red steps. Palace ਦਾ ਨਾਮ ਹੈ ਨਾ rose red। ਕਹਿੰਦੇ ਹੌਲੀ ਹੌਲੀ ਸਿੱਧਾ ਸ਼ੋਲਡਰਸ ਦੇ ਨਾਲ ਸਾਰਾ ਜੋਧਪੁਰ ਦੇਖਦਾ ਹੈ ਕਿ ਕਿਵੇਂ ਮਹਾਰਾਜ ਉਸ ਬਾਇਰ ਨੂੰ ਚੁੱਕਦੇ ਹੈ। upheld by bearers 4, ਮਤਲਬ 4 ਜਣੇ ਉਸ ਲਾਸ਼ ਨੂੰ ਚੁੱਕ ਕੇ ਲੈ ਕੇ ਜਾਂਦੇ ਹੈ। when dawn relit the lamp of grief, ਦੇਖੋ ਕਿੰਨੀਆਂ ਪਿਆਰੀਆਂ ਲਾਈਨਸ ਹੈ ਕਿ ਕਿਵੇਂ ਸ਼ਾਮ ਦੇ ਵੇਲੇ ਸੁਬਾਹ ਦੇ ਟਾਈਮ 'ਤੇ ਕਿਵੇਂ
ਦੁੱਖ ਭਰਿਆ ਮਾਹੌਲ ਹੋ ਜਾਂਦਾ ਹੈ। Within the burning east, there came a word to Pratap Singh, the soft word of a priest. He woke, and even as he woke, he went forth all in white, and saw the Brahmins bowing there in the hard morning light. ਪ੍ਰੀਸਟ ਆਉਂਦੇ ਉੱਥੇ ਦੇਖ ਕੇ ਬਹੁਤ ਹੈਰਾਨ ਹੁੰਦੇ ਹੈ, ਚਿੱਟੇ ਕੱਪੜੇ ਪਾਏ ਹੁੰਦੇ ਉਹਨਾਂ ਦੇ। ਉਹ ਕਹਿੰਦੇ ਆ, ਅਲੈਸ ਓ ਮਹਾਰਾਜ, ਅਲੈਸ ਓ ਨੋਬਲ ਪ੍ਰਤਾਪ ਸਿੰਘ, ਫॉर ਹੇਅਰ ਇਨ ਜੋਧਪੁਰ ਯੈਸਟਰਡੇ ਬੀਫੈਲ ਅ ਫੀਅਰਫੁਲ ਥਿੰਗ। ਕਹਿੰਦੇ ਆ ਕਿ ਬਹੁਤ ਮਾੜੀ ਗੱਲ ਹੋਈ ਸ਼ਾਮ ਨੂੰ ਜੋ ਹੋਈ। ਓ ਹੇਅਰ ਇਨ ਜੋਧਪੁਰ ਯੈਸਟਰਡੇ ਅ ਫੀਅਰਫੁਲ ਥਿੰਗ ਬੀਫੈਲ। ਅ ਫੀਅਰਫੁਲ ਥਿੰਗ ਸੈਡ ਪ੍ਰਤਾਪ ਸਿੰਘ। ਕਹਿੰਦੇ ਮਾੜੀ ਗੱਲ, ਕੀ ਮਾੜੀ ਗੱਲ ਹੋਈ, ਕੀ ਡਰਾਵਨੀ ਗੱਲ ਹੋਈ ਹੈ। ਰੱਬ ਜਾਣਦਾ ਅਤੇ ਮੇਰਾ ਦਿਲ ਜਾਣਦਾ ਹੈ ਕੀ ਮਾੜਾ ਹੋਇਆ। ਮੈਂ ਆਪਣੇ ਦੋਸਤ ਨੂੰ ਗਵਾ ਦਿੱਤਾ ਹੈ। ਆਈ ਲੋਸਟ ਅ ਫਰੈਂਡ ਮੋਰ ਫੀਅਰਫੁਲ ਯੈਟ। ਇਸ ਤੋਂ ਬੁਰਾ ਕੁਝ ਨਹੀਂ ਹੋ ਸਕਦਾ। ਵੈਨ ਡਾਊਨ these steps you passed in sight of all Jodhpur you lost, ਓ ਮਹਾਰਾਜ your caste। ਉਹ ਕਹਿੰਦੇ ਕਿ ਤੁਸੀਂ ਸਾਰਿਆਂ ਦੇ ਸਾਹਮਣੇ ਉਹਦੀ ਬਾਇਰ ਨੂੰ ਚੱਕ ਕੇ ਲੈ ਕੇ ਗਏ ਸੀ, ਤੁਸੀਂ ਆਪਣੀ ਕਾਸਟ ਖੋ ਦਿੱਤੀ ਹੈ। then leapt the light in Pratap's eyes as the flame leaps in smoke। ਗੁੱਸੇ ਨਾਲ ਭਰ ਜਾਂਦੇ ਹੈ ਸਰ ਪ੍ਰਤਾਪ ਸਿੰਘ। ਕਹਿੰਦੇ you priest, thou means you priest, your soul, thy means your, hath means has, your soul has never known the word your lips have spoke। ਕਿ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਕੀ ਕਹਿ ਰਹੇ ਹੋ। ਕਹਿੰਦੇ ਕੀ ਕਾਸਟ ਹੋਈ, ਇਹ ਕੀ ਚੀਜ਼ਾਂ ਹੈ ਜੋ ਕਿ ਖਤਮ ਹੋ ਜਾਣੀਆਂ, ਸਭ ਕੁਝ ਮਿੱਟੀ ਦੇ ਵਿੱਚ ਮਿਲ ਜਾਣਾ ਹੈ। ਇਮੋਰਟਲ ਹੈ, ਨਾਸ਼ਵਾਨ ਹੈ ਹਰ ਇੱਕ ਚੀਜ਼। ਮਾਈ ਕਾਸਟ, know you there is a caste above my caste or yours, thine means yours। Brahmin and Rajput are but dust to that immortal line। ਚਾਹੇ ਉਹ ਉੱਚਾ ਹੋਵੇ ਤੇ ਚਾਹੇ ਨੀਵਾਂ, ਚਾਹੇ ਬ੍ਰਾਹਮਣ ਤੇ ਚਾਹੇ ਰਾਜਪੂਤ, ਸਾਰਿਆਂ ਨੇ ਹੀ ਮਿੱਟੀ 'ਚ ਮਿਲ ਜਾਣਾ ਹੈ। ਵਾਈਡ ਐਜ਼ ਦ ਵਰਲਡ, free as the air, pure as the pool of death, the caste of all earth's noble hearts is the right soldier's faith। ਸਭ ਕੁਛ ਖਤਮ ਹੋ ਜੂਗਾ। ਲਾਈਨਸ ਬਹੁਤ ਵਧੀਆ ਹੈ। ਉਹ ਕਹਿੰਦੇ ਰਹਿ ਕੀ ਜਾਣਾ ਹੈ ਸਿਰਫ ਅਰਥ ਤੇ ਉਹ ਸੱਚਾਈ, ਉਹ ਸੱਚੇ ਦਿਲ ਜਿਹੜੇ ਕਿ ਉਸ ਸੋਲਜਰ ਦੇ ਸੀ, ਜਿਹੜੇ ਕਿ ਉਸ ਸੋਲਜਰ ਦੇ ਵਿਸ਼ਵਾਸ ਦੇ ਵਿੱਚ ਸੀ, ਸਿਰਫ ਉਹੀ ਰਹਿ ਜਾਣਾ ਹੈ, ਬਾਕੀ ਸਭ ਕੁਝ ਖਤਮ ਹੋ ਜਾਣਾ ਹੈ। ਸੋ ਸਰ ਹੈਨਰੀ ਨਿਊਬੋਲਟ ਨੇ ਜੋ ਇਹ ਪੋਇਮ ਲਿਖੀ ਹੈ, this shows the discrimination that is being done on the name of caste system। So here we are going to do about Sir Henry Newbolt, who was a famous British poet, novelist and barrister. He was born in Bilston. Newbolt was educated at Corpus Christi College, Oxford. He was called to the bar in 1887. He is known for his poems about war on land and on sea. He was an ardent believer in the power and inspirational quality of many patriotic verse. He is the author of patriotic poems. In one way or the other, this poem is also patriotic, as it shows the importance of soldier and soldierhood. So, we should never believe in caste system. We should always believe in brotherhood. Thank you and have a great day.